ਪ੍ਰਵਾਸੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਫਿਰ ਸੋਨੂੰ ਜਾਂਸਲਾ। ਅੱਜ ਆਪਾਂ ਖੜੇ ਹਾਂ ਸੈਕਟਰ 17 ਦੇ ਵਿੱਚ, ਜਿੱਥੇ ਵਪਾਰ ਮੰਡਲ ਨੇ ਤੇ ਕਈ ਹੋਰ ਵਪਾਰ ਮੰਡਲਾਂ ਦੇ ਜਿਵੇਂ ਕਿ ਜਿਮ ਦੇ ਹੋ ਗਏ, ਦੁਕਾਨਦਾਰ ਹੋ ਗਏ, ਹੋਰ ਛੋਟੇ ਵਰਗ ਦੇ ਲੋਕ ਹੋ ਗਏ, ਇੱਥੇ ਧਰਨਾ ਲਾਇਆ ਹੋਇਆ ਹੈ ਲੋਕਡਾਊਨ ਨੂੰ ਲੈ ਕੇ ਕਿ ਸਰਕਾਰਾਂ ਤੋਂ ਇੱਕੇ ਮੰਗ ਹੈ ਕਿ ਲੋਕਡਾਊਨ ਨਾ ਕੀਤਾ ਜਾਵੇ ਕਿ ਸਾਡੇ ਕੰਮਕਾਰ ਤੇ ਬੜਾ ਅਸਰ ਪੈ ਰਿਹਾ। ਵਪਾਰ ਮੰਡਲ ਤੋਂ ਆਪਣੇ ਨਾਲ ਖੜੇ ਨੇ ਅੰਕਲ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਕਿਹੜੀ ਮੰਗਾਂ ਨੂੰ ਲੈ ਕੇ ਤੁਸੀਂ ਇੱਥੇ ਅੱਜ ਪ੍ਰੋਟੈਸਟ ਕੀਤਾ ਹੋਇਆ? ਸੈਕਟਰ 17 ਦੇ ਵਿੱਚ ਖੜੇ ਹੋ ਤੁਸੀਂ। ਮੈਂ ਐਕਚੁਅਲੀ ਚੰਡੀਗੜ੍ਹ ਵਪਾਰ ਮੰਡਲ 'ਚ ਵਾਈਸ ਪ੍ਰੈਜ਼ੀਡੈਂਟ ਵੀ ਹਾਂ ਤੇ ਸੈਕਟਰ 40 ਦਾ ਪ੍ਰੈਜ਼ੀਡੈਂਟ ਵੀ ਹਾਂ। ਜਿਹੜਾ ਲਾਕਡਾਊਨ ਕਰਦੇ ਆ ਇਹ ਕੋਈ ਸੋਲੂਸ਼ਨ ਨਹੀਂ ਹੈ। ਈਵਨ ਪ੍ਰਾਈਮ ਮਿਨਿਸਟਰ ਨੇ ਵੀ ਕਹਿਤਾ ਹੈ ਕਿ ਦਿਸ ਇਜ਼ ਨਾਟ ਦਾ ਰਿਜ਼ੋਰਟ। ਇਹ ਸਭ ਤੋਂ ਅਖੀਰ 'ਚ ਹੋਣਾ ਚਾਹੀਦਾ। ਇਹਦੇ ਨਾਲ ਕੀ ਹੈ, ਸਾਡੇ ਦੇ ਵਿੱਚ ਜਿਹੜੀ ਸੁਸਤੀ ਤੇ ਫੈਲ ਰਹੀ ਹੈ, ਸਾਡੇ ਵਰਕਰ ਵੀ ਨੱਠਣੇ ਸ਼ੁਰੂ ਹੋ ਗਏ ਹੈ। ਹੁਣ ਕੋਈ ਕੰਮ ਹੀ ਨਹੀਂ ਹੈ। ਨਾਲੇ ਜਦ ਵੀ ਅਨਾਉਂਸ ਕਰਦੇ ਆ ਤੇ ਸ਼ਾਮ ਨੂੰ 5-6 ਵਜੇ ਅਨਾਉਂਸ ਕਰਦੇ ਆ, ਤਦ ਤੱਕ ਸਾਰੇ ਪ੍ਰੋਗਰਾਮ ਜਿਹੜੇ ਬਣੇ ਹੁੰਦੇ ਅਗਲੇ ਦਿਨ ਦੇ ਸਾਨੂੰ ਕੈਂਸਲ ਕਰਨੇ ਪੈਂਦੇ ਆ। ਕਈਆਂ ਦੇ ਆਰਡਰ ਹੁੰਦੇ ਆ, ਕਿਸੇ ਦੀ ਕਿੱਟੀ ਪਾਰਟੀ ਹੈ, ਕਿਸੇ ਦੀ ਮੈਰਿਜ ਪਾਰਟੀ ਹੈ, ਉਹ ਸਾਡਾ ਸਾਰਾ ਸਮਾਨ ਬੇਕਾਰ ਜਾਂਦਾ ਤੇ ਰਾਤ ਨੂੰ ਆ ਕੇ 7 ਵਜੇ ਕਹਿ ਦਿੰਦੇ ਜੀ ਵਾਰ ਰੂਮ 'ਚ ਬੈਠ ਕੇ ਅਸੀਂ ਡਿਸੀਜਨ ਲਿਆ। ਵਾਰ ਰੂਮ 'ਚ ਬੈਠ ਕੇ ਡਿਸੀਜਨ ਕਿੱਦਾਂ ਲਿਆ? ਕਿਉਂਕਿ ਇਹ ਸਾਰੇ ਸੈਲਰੀ ਕਲਾਸ ਹੈ, ਇਹਨਾਂ ਨੂੰ ਕੋਈ ਇਫੈਕਟ ਨਹੀਂ ਪੈਂਦਾ। ਇਹ ਤਾਂ ਰਾਤ ਨੂੰ ਘਰ ਜਾ ਕੇ ਸੋ ਜਾਂਦੇ ਆ। ਇਫੈਕਟ ਪੈਂਦਾ ਬਿਜ਼ਨਸਮੈਨ ਨੂੰ, ਛੋਟੇ ਦੁਕਾਨਦਾਰਾਂ ਨੂੰ। ਜਦ ਉਹਨਾਂ ਦੇ ਕੋਲ ਕੰਮ ਹੀ ਨਹੀਂ ਹੋਏਗਾ ਤਾਂ ਕੀ ਕਰਨਗੇ? ਹੁਣ ਜਿਹੜੇ ਮਜ਼ਦੂਰ ਜਾ ਰਹੇ ਹੈ, ਜਿਹੜੀ ਸਾਡੀ ਲੇਬਰ ਵਾਪਸ ਜਾ ਰਹੀ ਹੈ, ਉਹ ਪੈਸੇ ਮੰਗ ਰਹੀ ਹੈ ਕਿ ਵੀ ਸਾਨੂੰ ਦਿਓ, ਨਹੀਂ ਤਾਂ ਸਾਨੂੰ ਪਰਮਾਨੈਂਟ ਰੱਖੋ ਇੱਥੇ ਕਿ ਤੁਹਾਨੂੰ ਇੰਨੀ ਸੈਲਰੀ ਮਿਲੇਗੀ ਚਾਹੇ ਕੰਮ ਹੋਏ ਜਾਂ ਨਾ ਹੋਏ। ਇਸ ਕਰਕੇ ਹੁਣ ਇਹਨਾਂ ਦੀ ਹੋਟਲ ਇੰਡਸਟਰੀ ਹੈ, ਇਹਨਾਂ ਦੇ ਅੱਧੇ ਤੋਂ ਜ਼ਿਆਦਾ ਵਰਕਰ ਜਾ ਚੁੱਕੇ ਹੈ ਤੇ ਇਸ ਲਈ ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਹਾਂ ਵੀ ਜੇ ਤੁਸੀਂ ਕੁਝ ਵੀ ਇਸ ਤਰ੍ਹਾਂ ਦੀ ਡਿਕਲੇਅਰ ਕਰਨਾ ਹੈ ਲਾਕਡਾਊਨ ਲਈ ਤਾਂ ਤੁਸੀਂ ਹਮੇਸ਼ਾ ਵਪਾਰੀਆਂ ਨੂੰ ਵੀ ਬੁਲਾਓ, ਉਹਨਾਂ ਦੇ ਨੁਮਾਇੰਦੇ ਬੁਲਾਓ, ਉਹਨਾਂ ਦੇ ਕੋਲੋਂ ਸੁਜੈਸ਼ਨ ਲਓ। ਇਹ ਕੋਈ ਸੋਲੂਸ਼ਨ ਨਹੀਂ ਹੈ ਕਿ ਰਾਤ ਸ਼ਾਮੀ 6 ਵਜੇ ਤੁਸੀਂ ਅਨਾਉਂਸ ਕਰ ਦਿਓ ਕਿ 3 ਦਿਨ ਲਈ ਚੰਡੀਗੜ੍ਹ ਬੰਦ ਰਹੇਗਾ। ਮੁਹਾਲੀ ਖੁੱਲ੍ਹਾ ਸੀਗਾ, ਪੰਚਕੂਲਾ ਖੁੱਲ੍ਹਾ ਸੀਗਾ। ਹੁਣ ਮੁਹਾਲੀ ਤਾਂ ਚੰਡੀਗੜ੍ਹ ਬੰਦ ਹੈ ਪਰ ਪੰਚਕੂਲਾ ਹਲੇ ਵੀ ਖੁੱਲ੍ਹਾ ਹੈ। ਅਤੇ ਸਾਡੀ ਇਹ ਰਿਕੁਐਸਟ ਹੈ ਵੀ ਜਾਂ ਤਾਂ ਵਾਰ ਰੂਮ ਦਾ ਨਾਮ ਬਦਲ ਕੇ ਬੇਕਾਰ ਰੂਮ ਕਰ ਦਿਓ, ਤਾਂ ਐਸੇ ਡਿਸੀਜਨ ਲਓ। ਜੇ ਡਿਸੀਜਨ ਲੈਣੇ ਚੰਗੇ ਡਿਸੀਜਨ ਲਓ। ਤੁਹਾਡਾ ਪ੍ਰਾਈਮ ਮਿਨਿਸਟਰ ਕਹਿੰਦਾ ਵੀ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਕਰੀ ਜਾ ਰਹੇ ਹੋ। ਥੈਂਕ ਯੂ ਜੀ। ਭਾਜੀ ਤੁਹਾਡਾ ਕੀ ਨਾਂ ਹੈ ਜੀ? ਮੈਂ ਸੰਜੀਵ ਗਰੋਵਰ ਹਾਂ ਜੀ। ਸੰਜੀਵ ਕੁਮਾਰ ਜੀ, ਕੀ ਕੰਮ ਕਰਦੇ ਹੋ ਤੁਸੀਂ? ਕਿੰਨਾ ਕੁ ਤੁਹਾਡੇ ਉਸ 'ਤੇ ਅਸਰ ਪਿਆ ਹੈ? ਮੇਰਾ ਰੈਸਟੋਰੈਂਟ ਦਾ ਕੰਮ ਹੈਗਾ ਜੀ। ਸਾਡੇ ਅੱਧੇ ਨਾਲੋਂ ਜ਼ਿਆਦਾ ਵਰਕਰ ਵਾਪਸ ਜਾ ਚੁੱਕੇ ਹੈਗੇ ਇਸ ਟਾਈਮ, ਔਰ ਲੋਕਡਾਊਨ ਕੋਈ ਸੋਲੂਸ਼ਨ ਨਹੀਂ ਹੈ ਇਸ ਚੀਜ਼ ਦਾ, ਕਿਉਂਕਿ ਜਿਹੜੇ ਮੇਨ ਐਕਸਪੈਂਸਿਸ ਹੈਗੇ ਉਹ ਤਾਂ ਸਾਡੇ ਉਹੀ ਦੇ ਉਹੀ ਰਹਿਣੇ, ਚਾਹੇ ਲੋਕਡਾਊਨ ਰਹੇ ਜਾਂ ਨਾ ਰਹੇਗਾ। ਹਾਂ, ਉਸ ਤੋਂ ਬਾਅਦ ਗੌਰਮੈਂਟ ਨੇ ਆਪਦੇ ਕੋਈ ਡਿਊਜ਼ ਜਿਹੜੇ ਛੱਡਣੇ ਨਹੀਂ ਗਏ। ਪ੍ਰੋਪਰਟੀ ਟੈਕਸ ਵੀ ਲੈ ਰਹੀ ਹੈ, GST ਸਾਡੇ ਕੋਲ ਸਾਰੇ ਲੈ ਰਹੀ ਹੈ। ਸਾਡੇ ਕੋਲ ਜਿਹੜੀ ਲੀਜ਼ ਬਣੀ ਲਿੱਤਾ ਹੈ ਉਹ ਸਾਰਾ ਕੁਝ ਜਮ੍ਹਾਂ ਕਰਾ ਰਹੀ ਹੈ ਗੌਰਮੈਂਟ ਆਪਣਾ ਕਰ ਪੂਰਾ ਭਰ ਰਹੀ ਹੈ। ਔਰ ਗੌਰਮੈਂਟ ਹਰੇਕ ਚੀਜ਼ ਦੇ ਵਿੱਚ ਪਹਿਲੇ ਨਾਲੋਂ ਰੇਟ ਵਧਾ ਕੇ ਲੈ ਰਹੀ ਹੈ। ਗੌਰਮੈਂਟ ਨੂੰ ਕੋਈ ਸਿੰਪਥੀ ਨਹੀਂ ਹੈ ਪਬਲਿਕ ਦੇ ਨਾਲ, ਕੀ ਪਬਲਿਕ ਕਰ ਰਹੀ ਹੈ ਕੀ ਨਹੀਂ ਕਰ ਰਹੀ ਹੈ। ਔਰ ਇਹ ਜਿਹੜਾ ਵਾਰ ਰੂਮ ਦੇ ਵਿੱਚ ਡਿਸੀਜਨ ਲੈ ਰਹੇ ਹੈ, ਇਹ AC ਰੂਮ ਦੇ ਵਿੱਚ ਬੈਠ ਕੇ ਲੋਕ ਡਿਸੀਜਨ ਲੈ ਰਹੇ ਹੈ। ਇਹਨਾਂ ਲੋਕਾਂ ਨੂੰ ਪ੍ਰੈਕਟੀਕਲ ਨੌਲੇਜ ਬਿਲਕੁਲ ਨਹੀਂ ਹੈਗੀ। ਪਬਲਿਕ ਕਿੱਥੇ ਮਰ ਰਹੀ ਹੈ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਇਹਨਾਂ ਨੂੰ ਕੋਈ ਉਸ ਚੀਜ਼ ਦਾ ਲੈਣਾ ਦੇਣਾ ਨਹੀਂ ਹੈ। ਭਾਜੀ ਤੁਹਾਡਾ ਕੀ ਨਾਂ ਹੈ ਜੀ? ਭਾਰਤ ਭੂਸ਼ਣ ਕਪਿਲਾ, CBM ਦਾ ਐਗਜ਼ੀਕਟਿਵ ਮੈਂਬਰ ਔਰ ਸੈਕਟਰ 45 ਦਾ ਪ੍ਰਧਾਨ। ਸਰ, ਤੁਹਾਨੂੰ ਕੀ ਲੱਗਦਾ ਕਿ ਕਰੋਨਾ ਮਹਾਮਾਰੀ ਵੱਧ ਰਹੀ ਹੈ ਔਰ ਲੋਕਡਾਊਨ ਸਰਕਾਰਾਂ ਨੇ ਕਰੋਨਾ ਕਰਕੇ ਲਾਇਆ ਸੀ ਕਿ ਵਧੇ ਨਾ? ਤੁਹਾਨੂੰ ਕੀ ਲੱਗਦਾ ਇਹ ਸਹੀ ਨਹੀਂ ਕੀਤਾ ਨਹੀਂ ਜਾਂ ਗਲਤ ਕੀਤਾ ਉਹਨਾਂ ਨੇ? ਦੇਖਿਓ, ਲਾਕਡਾਊਨ ਜਿਹੜਾ ਇਹਦਾ ਹੱਲ ਨਹੀਂ ਹੈ। ਇਹ ਬੰਦ ਕਮਰੇ ਦੇ ਵਿੱਚ ਫੈਸਲਾ ਲੈ ਲਿੱਤਾ ਜਾਂਦਾ। ਕਿਸੇ ਵਪਾਰੀ ਭਰਾ ਨੂੰ, ਕਿਸੇ ਨੂੰ ਇੰਨੇ ਸੰਗਠਨ ਨੇ, ਚੰਡੀਗੜ੍ਹ ਵਪਾਰ ਮੰਡਲ ਐਡਾ ਵੱਡਾ ਸੰਗਠਨ ਹੈ ਚੰਡੀਗੜ੍ਹ ਦਾ, ਉਸ ਤੋਂ ਬਗੈਰ ਪੁੱਛੇ ਹੀ ਸਟੇਕ ਹੋਲਡਰ ਜਿਹੜੇ ਹੈਗੇ ਉਸ ਤੋਂ ਬਗੈਰ ਪੁੱਛੇ ਹੀ ਇਹ ਫੈਸਲੇ ਲੈ ਦਿੱਤੇ ਜਾਂਦੇ ਆ ਵਾਰ ਰੂਮ 'ਚ ਬੈਠ ਕੇ। ਮੈਨੂੰ ਨਹੀਂ ਸਮਝ ਆਉਂਦੀ ਵੀ 4 ਬੰਦੇ ਵਾਰ ਰੂਮ 'ਚ ਬੈਠ ਕੇ ਫੈਸਲੇ, ਜਦ ਕਿ ਜ਼ਮੀਨੀ ਹਕੀਕਤ ਜਿਹੜੀ ਆ ਉਹ ਹੋਰ ਆ। ਇਹਦਾ ਹੱਲ ਸਖਤਾਈ ਕਰੇ ਗੌਰਮੈਂਟ ਆਪਣੇ ਤੌਰ 'ਤੇ। ਸਾਰੇ ਵਪਾਰੀ, ਸਾਰੇ ਦੁਕਾਨਦਾਰ ਜਿਹੜੇ ਹੈਗੇ ਆ ਉਹ ਆਪਣੇ ਗਾਈਡਲਾਈਨਸ ਨੂੰ ਸਾਰੇ ਮੰਨਦੇ ਹੈਗੇ ਆ, ਮੰਨਣ ਨੂੰ ਅੱਗੇ ਵੀ ਤਿਆਰ ਹੈਗੇ ਆ। ਲੇਕਿਨ ਲਾਕਡਾਊਨ ਜਿਹੜਾ ਹੈਗਾ ਨਾ ਉਹ ਇਹਦਾ ਹੱਲ ਨਹੀਂ ਹੈ। ਪਿੱਛੇ ਬੁੱਧਵਾਰ ਨੂੰ ਜਿਹੜਾ ਲਾਕਡਾਊਨ ਲਾਇਆ ਇਹ ਤਾਂ ਬਿਲਕੁਲ ਹੀ ਨਜਾਇਜ਼। ਔਰ ਉਸ ਤੋਂ ਬਾਅਦ ਇਹ ਜਿਹੜਾ ਵੀਕਐਂਡ ਦਾ ਲਾਕਡਾਊਨ, ਔਰ ਅੱਗੇ ਵੀ ਸਰਕਾਰ ਜਿਹੜੀ ਹੈ ਚੰਡੀਗੜ੍ਹ ਪ੍ਰਸ਼ਾਸਨ ਇਹ ਉਹਨੂੰ ਲਗਾਉਣ ਜਾ ਰਿਹਾ, ਸੋਚ ਰਿਹਾ, ਵਿਚਾਰ ਕਰ ਰਿਹਾ, ਉਹ ਬਿਲਕੁਲ ਹੀ ਗਲਤ ਹੈ। ਅਸੀਂ ਇਹਦੀ ਨਿੰਦਾ ਕਰਦੇ ਹਾਂ, ਅਸੀਂ ਘੋਰ ਨਿੰਦਾ ਕਰਦੇ ਹਾਂ ਇਸ ਚੀਜ਼ ਦੀ। ਅਸੀਂ ਬਿਲਕੁਲ ਵਿਰੋਧ 'ਚ ਹੈ ਇਸ ਚੀਜ਼ ਦੇ।
ਸੋ ਤੁਸੀਂ ਦੇਖਿਆ ਜੀ ਜੋ ਵਪਾਰ ਮੰਡਲ ਦੇ ਲੋਕੀ ਨੇ ਬਹੁਤ ਇਦਾਂ ਦੇ ਨੇ ਜੋ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਕੰਮਕਾਰ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ। ਇਸ ਸਮੇਂ ਸਾਡੇ ਨਾਲ ਰਵਿੰਦਰ ਸਿੰਘ ਬਿੱਲਾ ਜੀ ਨੇ ਜੋ ਇੱਕ ਸਮਾਜ ਸੇਵਕ ਨੇ, ਉਹ ਵੀ ਇੱਥੇ ਆਏ ਹੋਏ ਨੇ ਇਸ ਪ੍ਰੋਟੈਸਟ ਦੇ ਵਿੱਚ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਅਸਰ ਹੋ ਰਿਹਾ ਕੰਮਕਾਰ ਤੇ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਕੰਮ ਕਰਾਂ ਦਾ ਤਾਂ ਭੱਠਾ ਬੈਠ ਗਿਆ। ਅੱਜ ਅਸੀਂ ਕਹੀਏ ਵੀ ਸਾਡਾ ਕੰਮ ਹੈਗਾ, ਕੰਮ ਤਾਂ ਹੈ ਨਹੀਂ। ਮਜ਼ਦੂਰ ਸਾਰੇ ਵਾਪਸ ਜਾਈ ਜਾਂਦੇ ਆ, ਇੰਡਸਟਰੀ ਸਾਰੀ ਬੰਦ ਹੋਈ ਜਾਂਦੀ ਆ, ਕਰੋਨਾ ਦੇ ਨਾਮ ਤੇ ਬੰਬ ਫੁੱਟੀ ਜਾਂਦੇ ਆ, ਲੋਕੀ ਬਾਜ਼ਾਰ ਜਾਣਾ ਬੰਦ ਕਰ ਗਏ। ਜੇ ਇਹ ਹੀ ਹਾਲਾਤ ਰਹੇ ਤਾਂ ਅਸੀਂ ਬੈਂਕ ਦੀਆਂ ਕਿਸ਼ਤਾਂ ਕਿੱਥੋਂ ਉਤਾਰਾਂਗੇ, ਅਸੀਂ ਕਿਰਾਏ ਕਿੱਥੋਂ ਦੇਵਾਂਗੇ। ਮੈਨੂੰ ਨਹੀਂ ਲੱਗਦਾ ਕਿ ਅਸੀਂ ਕੱਲ੍ਹ ਨੂੰ ਅਸੀਂ ਧਰਨੇ ਜੋਗੇ ਹੀ ਰਹਿ ਜਾਈਏ। ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਭਾਈ, ਇਹ ਦੁਕਾਨਦਾਰਾਂ ਬਾਰੇ ਵੀ ਸੋਚੋ। ਨਹੀਂ ਤਾਂ ਦੁਕਾਨਦਾਰ ਵਰਗ ਜਿਹੜਾ ਅੱਜ ਹਰੇਕ ਸਮਾਜ ਨੂੰ ਚੱਕਣ ਵਾਸਤੇ, ਦੇਸ਼ ਨੂੰ ਚੱਕਣ ਵਾਸਤੇ ਜਿੰਨਾ ਉਹ ਟੈਕਸ ਦਿੰਦਾ, ਜਿੰਨਾ ਉਹ ਤੁਹਾਨੂੰ ਜੋੜਦਾ ਹੈਗਾ, ਤੁਹਾਡੇ ਨਾਲ ਦੇਸ਼ ਦੀ ਤਰੱਕੀ ਵਾਸਤੇ ਉਹਦਾ ਯੋਗਦਾਨ ਹੈਗਾ, ਇਹ ਉਹ ਯੋਗਦਾਨ ਤੋਂ ਵਾਂਝੇ ਨਾ ਰਹੋ ਤੁਸੀਂ। ਇਹ ਦੁਕਾਨਦਾਰਾਂ ਨੂੰ ਨਾਲ ਹੱਥ ਲੈ ਕੇ ਚਲੋ। ਮੇਰੀ ਇੰਨੀ ਕਹਿੰਦੀ ਹੋਈ ਬੇਨਤੀ ਹੈ ਸਰਕਾਰ ਨੂੰ ਕਿ ਇਹ ਲੋਕਡਾਊਨ ਜਿਹੜਾ ਤੁਸੀਂ ਲਗਾ ਰਹੇ ਹੋ ਇਸ ਦਾ ਧਿਆਨ ਰੱਖੋ, ਵਪਾਰ ਵਰਗ ਦਾ ਧਿਆਨ ਰੱਖੋ। ਸੋ ਤੁਸੀਂ ਦੇਖ ਰਹੇ ਹੋ ਜੀ ਮੇਰੇ ਪਿੱਛੇ ਕਿ ਬਹੁਤ ਜ਼ਿਆਦਾ ਹੱਲਾ ਗੁੱਲਾ ਚੱਲ ਰਿਹਾ ਹੈ ਕਿ ਇੱਥੇ ਹਰ ਤਰ੍ਹਾਂ ਦੇ ਲੋਕ ਆਏ ਹੋਏ ਨੇ, ਲੇਡੀਜ਼ ਆਏ ਹੋਏ ਨੇ, ਬੱਚੇ ਆਏ ਹੋਏ ਨੇ, ਬਜ਼ੁਰਗ, ਜਵਾਨ, ਸਾਰੇ ਲੋਕੀ ਆਏ ਹੋਏ ਨੇ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦੇਖੋ ਨਾਰਿਆਂ ਦੇ ਨਾਲ ਇੱਥੇ ਸਾਰੇ ਪਾਸੇ ਦੇਖ ਸਕਦੇ ਹੋ ਕਿ ਨਾਰੇ ਵੱਜ ਰਹੇ ਨੇ, ਸਰਕਾਰਾਂ ਦੇ ਖਿਲਾਫ ਨਾਰੇ ਲੱਗ ਰਹੇ ਨੇ। ਔਰ ਬੜੀ ਤੁਸੀਂ ਦੇਖ ਸਕਦੇ ਹੋ ਝੰਡੇ ਲੈ ਕੇ ਕਿਸਾਨਾਂ ਦੇ ਹੱਕ ਦੇ ਲਈ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਨਾਰੇ ਵੱਜ ਰਹੇ ਨੇ। ਨਾਲ ਹੀ ਮੇਰੀ ਬੇਨਤੀ ਪਲੀਜ਼ ਸਤਿਕਾਰ ਕਰੋ, ਥੋੜਾ ਜਿਹਾ ਡਿਸਟੈਂਸ ਬਣਾ ਕੇ ਖੜੇ ਰਹੋ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਨਾਰੇ ਵੱਜ ਰਹੇ ਨੇ, ਹੱਥਾਂ ਦੇ ਵਿੱਚ ਝੰਡੇ ਨੇ ਔਰ ਸਾਰੇ ਪਾਸੇ ਦੇਖ ਸਕਦੇ ਹੋ ਲੇਡੀਜ਼ ਵੀ ਘੁੰਮ ਰਹੇ ਨੇ ਔਰ ਹਰ ਇੱਕ ਤਰ੍ਹਾਂ ਦੇ ਲੋਕ। ਸਾਥੀਓ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸੋ ਇੱਧਰ ਗੱਲਬਾਤ ਕਰਦੇ ਆ। ਆ ਦੇਖ ਸਕਦੇ ਹੋ ਤੁਸੀਂ ਇੱਥੇ ਲੇਡੀਜ਼ ਖੜੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਕੀ ਮੁੱਦਾ ਰਿਹਾ ਕਿ ਅੱਜ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਸੈਕਟਰ 17 ਦੇ ਵਿੱਚ? ਕੀ ਇਹੋ ਜਿਹਾ ਮੁੱਦਾ ਸੀ ਜੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ? ਸਰ ਜਿਹੜਾ ਚੰਡੀਗੜ੍ਹ ਪ੍ਰਸ਼ਾਸਕ ਨੇ ਇਹ ਕਹਿਤਾ ਕਿ ਜੀ ਵੀਕਐਂਡ ਲਾਕਡਾਊਨ ਲੱਗੇਗਾ ਔਰ ਕੱਲ ਤੁਸੀਂ ਦੇਖਿਆ ਰਾਮਨਵਮੀ ਤੇ ਵੀ ਲਾਕਡਾਊਨ ਲੱਗਿਆ। ਅਸੀਂ ਉਹਦੇ ਵਿਰੋਧ 'ਚ ਅਸੀਂ ਇਹ ਚਾਹੁੰਦੇ ਹਾਂ ਕਿ ਲਾਕਡਾਊਨ ਜਾਂ ਕਰਫਿਊ, ਨਾਈਟ ਕਰਫਿਊ ਹੋਇਆ ਜਾਂ ਡੇ ਕਰਫਿਊ ਹੋਇਆ, ਇਹ ਕੋਈ ਪੂਰਾ ਵਿਚਾਰਿਕ ਰੂਪ ਦੇ ਨਾਲ ਦੇਖਿਆ ਜਾਵੇ ਤਾਂ ਇਹ ਕੋਈ ਪੂਰਾ ਪ੍ਰਬੰਧ ਨਹੀਂ ਹੈ ਲਾਕਡਾਊਨ ਤੋਂ, ਕੋਵਿਡ ਤੋਂ ਬਚਣ ਵਾਸਤੇ। ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਇਹ ਦੇਖੋ ਕਿ ਰੇਹੜੀ ਫੜੀ ਵਾਲੇ, ਛੋਟੇ ਮਜ਼ਦੂਰ, ਛੋਟੇ ਦੁਕਾਨਦਾਰ, ਵਪਾਰੀ ਕਿੱਥੇ ਜਾਣਗੇ? ਜੇ 3 ਦਿਨ ਹੀ ਦੁਕਾਨ ਖੁੱਲੇਗੀ ਜਾਂ 4 ਦਿਨ ਹੀ ਦੁਕਾਨ ਖੁੱਲੇਗੀ ਤਾਂ ਉਹ ਆਪਣਾ ਰੋਜ਼ੀ ਰੋਟੀ ਨਹੀਂ ਕਮਾ ਸਕਦੇ, ਉਹ ਕਿਰਾਏ ਨਹੀਂ ਕੱਢ ਸਕਦੇ, ਤਾਂ ਭੁੱਖਮਰੀ ਪੈ ਜਾਣੀ ਹੈ। ਜੇ ਇਹਨਾਂ ਨੇ ਲਾਕਡਾਊਨ ਲਗਾਉਣਾ ਹੈ ਤਾਂ ਉਹਨਾਂ ਨੂੰ ਮੁਆਵਜ਼ੇ ਦੇਣੇ ਪੈਣਗੇ। ਹਰ ਮਹੀਨੇ ਦਾ ਮੁਆਵਜ਼ਾ ਉਹਨਾਂ ਨੂੰ 10-10 ਹਜ਼ਾਰ ਰੁਪਇਆ ਦੇਵੋ, ਜਿੱਦਾਂ ਦੇਰ ਮਰਜ਼ੀ ਲਾਕਡਾਊਨ ਲਗਾਓ, ਐਟਲੀਸਟ ਅਗਲਾ ਰੋਟੀ ਖਾਣ ਜੋਗਾ ਤਾਂ ਹੋਊਗਾ। ਹੁਣ ਤਾਂ ਹਾਲਤ ਇਹ ਹੋ ਗਈ ਕਿ ਤੁਹਾਡੇ ਸਾਹਮਣੇ ਮਜ਼ਦੂਰ ਡਰਦੇ ਨਾਲ ਹੀ ਕਿ ਲਾਕਡਾਊਨ ਲੱਗ ਜਾਊਗਾ ਉਹ ਵਿਚਾਰੇ ਤੁਰ ਪਏ ਹੈ। ਤੁਸੀਂ ਰੇਲਵੇ ਸਟੇਸ਼ਨ ਦੇਖੋ, ਜਾ ਕੇ ਬੱਸਾਂ ਦੇ ਵਿੱਚ ਦੇਖੋ ਕਿਸ ਤਰੀਕੇ ਨਾਲ ਉਹ ਜਾ ਰਹੇ। ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਦੇਖੋ, ਮਤਲਬ ਉਹਨਾਂ ਦੇ ਮਨ ਦੇ ਵਿੱਚ ਭੈ ਹੈ। ਉਹ ਕਹਿੰਦੇ ਅਸੀਂ ਪੈਦਲ ਮਰਨਾ ਨਹੀਂ ਚਾਹੁੰਦੇ, ਅਸੀਂ ਪਿਛਲੇ ਵਾਲਾ ਚੀਜ਼ ਦੁਹਰਾਉਣਾ ਨਹੀਂ ਚਾਹੁੰਦੇ। ਸੋ ਜਦ ਇਸ ਤਰੀਕੇ ਦਾ ਭੈ ਦੇਸ਼ ਦੀ ਜਨਤਾ ਦੇ ਵਿੱਚ ਆ ਜਾਏਗਾ ਤਾਂ ਦੇਸ਼ ਕਿੱਥੇ ਖੜਾ ਹੈ? ਅੱਜ ਦੇਖੋ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਕਿ ਨੈਸ਼ਨਲ ਐਮਰਜੈਂਸੀ ਵਾਲੇ ਹਾਲਾਤ ਸਾਡੇ ਦੇਸ਼ 'ਚ ਹੋ ਚੁੱਕੇ ਹੈ। ਆਪਦਾ ਜਿਹੜੀ ਇੰਨੀ ਹੈ ਤਾਂ ਇਸ ਤੋਂ ਮਤਲਬ ਇਹ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਕਿ ਉਹ ਵਿਫਲ ਹੋ ਚੁੱਕੀ ਹੈ। ਅਸੀਂ ਆਪ ਜਨਤਾ ਹੀ ਆਪਣਾ ਸਹਾਰਾ ਇੱਕ ਦੂਜੇ ਦਾ ਬਣ ਕੇ ਆਪਣੀ ਇਸ ਪ੍ਰੋਬਲਮ ਤੋਂ ਬਾਹਰ ਆ ਜਾਵਾਂਗੇ। ਸੋ ਤੁਸੀਂ ਦੇਖਿਆ ਜੀ ਆਪਾਂ ਨੇ ਲੇਡੀਜ਼ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੇ ਇੱਕ ਗੱਲ ਆਖੀ ਹੈ ਕਿ ਜਿਵੇਂ ਕਿ ਪਹਿਲਾਂ ਕਾਫੀ ਸਮੇਂ ਪਹਿਲਾਂ ਜਿਸ ਟਾਈਮ ਲਾਕਡਾਊਨ ਸ਼ੁਰੂ ਹੋਇਆ ਸੀ, ਬਿਮਾਰੀ ਚੱਲੀ ਸੀ, ਉਸ ਸਮੇਂ ਦੇ ਵਿੱਚ ਲੋਕ ਇੰਨੀ ਬੁਰੀ ਤਰ੍ਹਾਂ ਸੜਕਾਂ ਤੇ ਆ ਗਏ ਸੀ ਕਿਉਂਕਿ ਕੰਮਕਾਰ ਨੂੰ ਲੈ ਕੇ, ਰੋਟੀ ਤੋਂ ਵੀ ਵਾਂਝੇ ਹੋ ਗਏ ਸੀ। ਅੱਜ ਉਸੇ ਮੁੱਦੇ ਨੂੰ ਲੈ ਕੇ ਕਿ ਲੇਡੀਜ਼ ਹਰ ਇੱਕ ਤਰ੍ਹਾਂ ਦਾ ਵਰਗ ਇੱਥੇ ਖੜਾ ਜੋ ਆਖਦੇ ਨੇ ਕਿ ਰੋਟੀ ਤੋਂ ਕੰਮਕਾਰ ਬਿਲਕੁਲ ਖਤਮ ਹੋ ਗਏ ਸੀ। ਕਿਸ ਤਰੀਕੇ ਨਾਲ ਅਸੀਂ ਰੋਟੀ ਖਾਵਾਂਗੇ ਕਿਉਂਕਿ ਇੱਕ ਹਫ਼ਤੇ ਦੇ ਵਿੱਚ 7 ਦਿਨ ਹੁੰਦੇ ਆ। ਅਗਰ 2-3 ਦਿਨਾਂ ਦਾ ਉਹਦੇ ਵਿੱਚ ਲਾਕਡਾਊਨ ਹੋਏਗਾ ਤਾਂ ਬੰਦਾ 2-3 ਦਿਨਾਂ ਦੇ ਵਿੱਚ ਕੀ ਆਮ ਆਦਮੀ ਕਮਾਏਗਾ ਔਰ ਕੀ ਖਾਏਗਾ? ਸੋ ਆਪਾਂ ਗੱਲਬਾਤ ਹੋਰਾਂ ਨਾਲ ਕਰਾਂਗੇ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਕੀ ਨਾਮ ਤੁਹਾਡਾ? ਮਾਈ ਨੇਮ ਇਜ਼ ਸੁਮਨ ਐਂਡ ਆਮ ਅ ਰਿਸਰਚ ਸਕਾਲਰ ਇਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਮੈਮ ਤੁਸੀਂ ਇੱਥੇ ਕੀ ਕਰਨ ਆਏ ਹੋ? ਕੀ ਮੁੱਦਾ ਰਿਹਾ? ਮੁੱਦਾ ਸਾਫ਼ ਹੈ ਕਿ ਜਿੱਥੇ
चुनावी रैलियां हो रही हैं और अदर जो भी पॉलिटिकल इश्यूज़ है वो करे जा रहे, फंक्शन है वो करे जा रहे, चुनाव हो रहे ਆ ਉੱਥੇ ਤੁਸੀਂ ਦੇਖੋ ਆਮ ਜਨਤਾ ਦੀ ਰੋਟੀ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ। ਸਰਕਾਰ ਕਹਿ ਰਹੀ ਲੋਕਡਾਊਨ ਲਾ ਦੇਣਾ, ਤੁਸੀਂ ਲੋਕਡਾਊਨ ਲਾਉਣ ਦੀ ਬਜਾਏ ਤੁਸੀਂ ਵੈਕਸੀਨੇਸ਼ਨ ਦੀ ਜੋ ਰੇਟ ਆ ਉਹ ਵਧਾਓ, हॉस्पिटल की फैसिलिटी ਵਧਾਓ, ਆਕਸੀਜਨ ਦੀ ਫੈਸਿਲਿਟੀ ਵਧਾਓ, ਬਟ ਉਹ ਤੇ ਕੋਈ ਗੱਲ ਹੀ ਨਹੀਂ ਕਰ ਰਿਹਾ। ਅਗਰ ਤੁਹਾਨੂੰ ਗਾਜ਼ੀਆਬਾਦ ਦੀ ਗੱਲ ਦੱਸਾਂ, ਉਹਨਾਂ ਨੇ ਇੱਕ ਲਿਸਟ ਜਾਰੀ ਕਰਤੀ ਹੈ ਜਿਹਦੇ ਵਿੱਚ ਸਾਰੇ ਨੰਬਰ ਫੇਕ ਦੇ ਰੱਖੇ ਆ। ਕਰੋਨਾ ਤੋਂ ਪੀੜਿਤ ਜੋ ਪਰਿਵਾਰ ਉਹ ਫੋਨ ਕਰਦੇ ਆ, ਕੋਈ ਜਣਾ ਫੋਨ ਨਹੀਂ ਚੱਕ ਰਿਹਾ। ਇਦਾਂ ਦੇ ਹਾਲ ਹੋ ਚੁੱਕੇ। ਮਤਲਬ ਕਿੰਨੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਕਿ ਇਹਨਾਂ ਫੇਕ ਲਿਸਟ ਮੋਦੀ ਸਰਕਾਰ ਇਸ਼ੂ ਕਰ ਰਹੀ ਹੈ ਵੀ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰੋ, ਔਰ ਸਾਰੀ ਦੀ ਸਾਰੀ ਲਿਸਟ ਫੇਕ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਜੋ ਸਰਕਾਰਾਂ ਕਹਿ ਰਹੀਆਂ ਕਿ ਕਰੋਨਾ ਹੈ ਨਹੀਂ, ਕਿ ਸਰਕਾਰਾਂ ਸਿਰਫ ਇੱਕ ਬਹਾਨੇ ਮਾਰ ਰਹੀਆਂ ਨੇ? ਕਰੋਨਾ ਮੈਂ ਤਾਂ ਨਹੀਂ ਕਹਿੰਦੀ ਹੈ ਹੀ ਨਹੀਂ, ਕਰੋਨਾ ਹੈ, ਬਟ ਇਹਦਾ ਸੋਲੂਸ਼ਨ ਤੁਸੀਂ ਕੰਪਲੀਟ ਲੋਕਡਾਊਨ ਲਾ ਦਿਓ ਜਾਂ ਵੀਕਲੀ ਲੋਕਡਾਊਨ ਲਾ ਦਿਓ, ਇਹ ਉਹਦਾ ਬਿਲਕੁਲ ਵੀ ਸੋਲੂਸ਼ਨ ਨਹੀਂ ਹੈ। ਇਹਦੇ ਹੋਰ ਸੋਲੂਸ਼ਨ ਆਪਾਂ 150 ਪਲੱਸ ਕੰਟਰੀਜ਼ ਨੂੰ ਦਵਾਈਆਂ ਐਕਸਪੋਰਟ ਕਰ ਰਹੇ ਹਾਂ, ਇਹਦੀ ਵਜ੍ਹਾ ਤੁਸੀਂ ਆਪਦੇ ਬੰਦਿਆਂ ਨੂੰ ਲਵਾਓ, ਵੈਕਸੀਨੇਸ਼ਨ ਲਵਾਓ। ਇਹ ਕਹਿ ਰਹੇ ਕਿ ਭਾਰਤ ਬਾਇਓਟੈਕ ਦੁਆਰਾ ਜੋ ਦਵਾਈ ਬਣੀ ਆ ਉਹ ਦੂਸਰਾ ਜੋ ਕਰੋਨਾ ਮਿਊਟੇਸ਼ਨ ਆਇਆ ਉਹਦੇ ਲਈ ਕਾਰਗਰ ਹੈ, ਤੇ ਉਹਦੀ ਤੁਸੀਂ ਪ੍ਰੋਡਕਸ਼ਨ ਵਧਾਓ ਤੇ ਲੋਕਾਂ ਨੂੰ ਲਾਓ। ਆਪਾਂ ਨੂੰ ਡਰ ਕੀ ਆ? ਤੁਸੀਂ ਇਜ਼ਰਾਈਲ ਕੰਟਰੀ ਦੇਖੋ, ਉਹ ਮਾਸਕ ਫ੍ਰੀ ਹੋ ਗਈ ਆ। ਇਜ਼ਰਾਈਲ ਤੋਂ ਤਾਂ ਵੱਡਾ ਆਪਣਾ ਇੰਡੀਆ ਕਿੰਨਾ ਅੱਗੇ ਆ। ਸਾਇੰਸ ਦੀ ਦੇਖੋ, ਹੋਰ ਹਰ ਕਿਸੇ ਸੈਕਟਰ 'ਚ ਦੇਖੋ ਇੰਡੀਆ ਅੱਗੇ ਆ। ਪਰ ਆਪ ਤੁਸੀਂ ਦੇਖੋ ਇਜ਼ਰਾਈਲ ਆਪਣਾ ਮਾਸਕ ਫ੍ਰੀ ਹੋ ਗਿਆ, ਬਟ ਇੰਡੀਆ ਕਿਉਂ ਨਹੀਂ ਹੋ ਪਾ ਰਿਹਾ? ਤਾਂ ਇਹ ਪਤਾ ਕਿਉਂ ਨਹੀਂ ਹੋ ਪਾ ਰਿਹਾ? ਕਿਉਂਕਿ ਮੋਦੀ, ਬੀਜੇਪੀ ਸਰਕਾਰ, ਆਰਐਸਐਸ ਹੈ, ਇਹ ਜਦੋਂ ਤੱਕ ਦੇਸ਼ ਬਾਰੇ ਨਹੀਂ ਸੋਚੂਗੇ, ਆਪਣਾ ਦੇਸ਼ ਕਰੋਨਾ ਦੇ ਚੰਗੁਲ 'ਚੋਂ ਛੁੱਟ ਨਹੀਂ ਸਕੂਗਾ। ਸੋ ਥੈਂਕ ਯੂ ਜੀ। ਸੋ ਤੁਸੀਂ ਦੇਖਿਆ ਜੀ, ਆਪਾਂ ਨੇ ਆਮ ਲੋਕਾਂ ਦੇ ਨਾਲ, ਆਮ ਕੁੜੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ ਜੋ ਇੱਕੇ ਗੱਲ ਕਰਦੇ ਨੇ ਕਿ ਜੇ ਕਰੋਨਾ ਮਹਾਮਾਰੀ ਦਾ ਬਹਾਨਾ ਲਾ ਕੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਕਰੋਨਾ ਮਹਾਮਾਰੀ ਦੇ ਵਿੱਚ ਲੋਕਡਾਊਨ ਲਾ ਦਿੱਤਾ ਜਾਂਦਾ ਜਦ ਕਿ ਆਮ ਲੋਕਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ, ਕਿਉਂਕਿ ਜੋ ਆਮ ਲੋਕ ਨੇ ਉਹ ਖਾਣਗੇ ਕੀ ਕੰਮ ਕਰਨਗੇ। ਬਹੁਤ ਪਰੇਸ਼ਾਨ ਹੈ ਪਬਲਿਕ, ਔਰ ਤੁਸੀਂ ਦੇਖ ਸਕਦੇ ਹੋ ਕਿ ਨਾਰਿਆਂ ਦੇ ਨਾਲ, ਔਰ ਕਿਸਾਨ ਵਰਗ ਦੇ ਲੋਕ ਵੀ ਇੱਥੇ ਜੁੜੇ ਹੋਏ ਨੇ। ਤੁਸੀਂ ਦੇਖ ਸਕਦੇ ਹੋ, ਆਪਾਂ ਹੋਰਾਂ ਨਾਲ ਗੱਲਬਾਤ ਕਰਾਵਾਂਗੇ ਤੁਹਾਡੀ। ਭਾਜੀ ਕੀ ਨਾਂ ਹੈ ਤੁਹਾਡਾ? अखिल कुमार। अखिल कुमार बोलिए। हाँ, क्या करते हो आप? मैं ऐसे देखने के लिए आ गया, यहाँ पे घूमने के लिए आ गया, देखने के लिए। मेरे काम तो कोई करते हो या ऐसे ही घूमते रहते हो सड़कों पे? काम करते हैं। क्या काम करते? फैक्ट्री में। फैक्ट्री वर्कर हैं। फैक्ट्री वर्कर हो। आज क्या आपको पता है कि लॉकडाउन हो जाता है, लॉकडाउन में आपको कैसा लगता है कि कितना जो आपकी फैक्ट्री बंद रहती है, क्या आपको फैक्ट्री वाले फिर खाने को देते हैं कुछ ऐसा? नहीं, कुछ नहीं देते। जो सरकार ने लॉकडाउन लगवाया है क्योंकि कोरोना महामारी चल रही है, आपको लगता है ये सही है या गलत है? कोरोना महामारी में लॉकडाउन समस्या का समाधान नहीं है। लॉकडाउन लगाना कोई समस्या, इसका व्यवस्था किया जाए तो लॉकडाउन लगाया जाए। हम लॉकडाउन का विरोध भी नहीं कर रहे हैं, लॉकडाउन लगाओ लेकिन समस्या का समाधान करो। अगर सरकार लॉकडाउन लगा देती है तो आपको लगता नहीं कि काम कहाँ से करेंगे, हम बच्चों का पेट कैसे भरेंगे, अपना पेट कैसे भरेंगे? वो लॉकडाउन से समस्या उत्पन्न होगा, भूखे मरने की कागर पाएगा। सरकार उसका व्यवस्था कर दे। सरकार व्यवस्था करने में नाकाम है, लॉकडाउन लगा देती है, भूखे मरते रहो। आपका कहना ये है कि सरकार लॉकडाउन कर दे लेकिन आम पब्लिक को खाना भी दे, है ना? कुछ का व्यवस्था करे, रोटी सुविधा दे। पिछली बार लॉकडाउन लगाया था तो कुछ लोगों के पास पैसे पड़े थे कि कुछ दिन लोग खा सकते थे, लेकिन इस बार ऐसी हालात हो गई है कि जो लोग मदद करते थे, जैसे किसान हमारे मदद करते थे, आस पड़ोस के जो हमारे चंडीगढ़ के थे जो मदद करते थे समाज से भी, इस वक्त ये हालात हो गए कि हमारे सभी किसान भाई वहाँ बैठे हैं तो हम लोग की मदद करने वाला भी नहीं है। दूसरी बात, अभी कोई भी आदमी खड़ा भी नहीं हो पाया पिछले लॉकडाउन से कि वो खड़ा हो गया हो। अब फिर लॉकडाउन लगा दिया, लोग आत्महत्या कर लेंगे, इस तरह लोगों का बिजनेस कैसे चलेगा? हम लोगों को खुद की बुरी हो रहा था। मैं खुद जोमेटो में काम करता हूँ, 8 बजे करीब में जोमेटो बंद कर देते हैं, हमारी दिहाड़ी 500 भी नहीं खड़ी होती, हम अपना परिवार कैसे चलाएंगे? और दूसरी बात, हमारे लिए वो कह रहे हैं कि कोरोना है, लाखों की गिनती में बंगाल में, असम में, सब जगह रैलियां कर रहे हैं, वहाँ कोरोना नहीं है। कुंभ मेला में 4-4, 5-5 पता नहीं कितने लाख मेले में वहाँ पे शाही स्नान किए हैं, वहाँ कोरोना नहीं है। हम लोगों के लिए कोरोना, मजदूर वर्ग के लिए कोरोना। अगर मैं कहता हूँ कि लॉकडाउन लगाएं, लेकिन हमारे लिए उन्होंने सुविधाएं क्या की है, खाने का इंतजाम क्या किया है? अभी हॉस्पिटल देखो, जहाँ भी देखो वेंटिलेटर की कमी है, ऑक्सीजन की कमी है। इन्होंने पीएम केयर का फंड का पैसा कहाँ लेके गए, कुछ पता नहीं लग पा रहा है। ना तो ऑक्सीजन है लोगों के पास, ना वेंटिलेटर है, इस तरह कैसे काम बनेगा?
प्रधानमंत्री मोदी को जनता ने वोट इस बात के लिए दिया था थोड़ी कि तुम रैलियां करते रहो और यहाँ जनता मरती रहे। हम प्रधानमंत्री मोदी से आपके माध्यम से यही विनती करना चाहते हैं कि जिन हॉस्पिटलों में ऑक्सीजन नहीं है, वेंटिलेटर नहीं है, उसका इंतजाम करें, पूरी कोशिश करें, क्योंकि हर हॉस्पिटल में काफ़ी ज़्यादा गिनती में लोग मर रहे हैं। तो हमारी यही विनती है कि लॉकडाउन ना लगाएं, बल्कि कुछ ऐसा तरीका बनाएं कि लोगों का काम भी चलता रहे और कोरोना से भी बचाव रहे। सो थैंक यू। सो आपने देखा कि ये वो लोग हैं जो अपने बिहार छोड़कर विदेश जैसे मतलब पंजाब इनके जैसा विदेश जैसा ही होता है, क्योंकि ये वो लोग हैं जो यहाँ पे आके काम करते हैं और काम करने के बाद अपना खाने का प्रबंध करते हैं। लेकिन इन्हें पता है कि लॉकडाउन के कारण ये कुछ खाएंगे नहीं, कमाएंगे नहीं, तो अपने देश भी कैसे भेजेंगे, अपने घर पे क्या भेजेंगे। सो तुसी देखिया जी कि आपां सारे बंदियां नाल गलबात कीती है कि तुसी देखिया कि हुण क्योंकि लोगों की हर एक मंग है कि लॉकडाउन ना किया जाए, क्योंकि हर एक आम बंदा ये दब रहा है। क्यों दब रहा है? क्योंकि अगर कोई इंसान एक रोटी कमाएगा नहीं ना खाएगा तो फिर खाएगा की, क्योंकि ये एक रेहड़ी वाला भी है, एक शोरूम वाला भी है, हर एक तरह का बंदा जुड़िया हुआ ये, क्योंकि लोगों उन्हों की जेब से बहुत ज़्यादा असर पै रहा है। क्योंकि कोई लोग तो कुछ इदा गल्लां आखते हैं, अगर लॉकडाउन होया तो असीं मर जावांगे, क्योंकि अगर साडे कोल कमाई ही नहीं होवेगी तो असीं की करांगे। सो हुण मैनूं दिओ इजाजत, मैं हाँ तुहाडे नाल चंडीगढ़ तो सोनू जांसला। देखते रहो प्रवासी चैनल, सबसक्राइब करना ना भुलना। सत श्री अकाल।